ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਅੱਜ ਆਪਾਂ 6ਵੀਂ ਸ਼੍ਰੇਣੀ ਲਈ ਸਮਾਜਿਕ ਵਿਗਿਆਨ ਵਿਸ਼ੇ ਦਾ ਚੌਥਾ ਪਾਠ, ਜਿਸ ਦਾ ਸਿਰਲੇਖ ਹੈ ਨਕਸ਼ੇ ਸਾਡੇ ਮਦਦਗਾਰ ਕਿਵੇਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਸੋ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਜੋ ਜ਼ਰੂਰੀ ਸਮਾਨ ਹੋਣਾ ਚਾਹੀਦਾ ਹੈ ਉਹ ਹੈ ਤੁਹਾਡੀ ਸਮਾਜਿਕ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ, ਕਾਪੀ, ਪੈਨ ਜਾਂ ਪੈਨਸਿਲ ਅਤੇ ਭਾਰਤ ਦੇ ਕੁਝ ਖਾਲੀ ਨਕਸ਼ੇ। ਪਿਆਰੇ ਬੱਚਿਓ, ਤੁਸੀਂ 6ਵੀਂ ਜਮਾਤ ਵਿੱਚ ਦਾਖਲ ਹੋਏ ਤਾਂ ਤੁਹਾਨੂੰ ਕਈ ਨਵੇਂ ਵਿਸ਼ੇ ਪੜ੍ਹਨ ਲਈ ਮਿਲੇ। ਭੂਗੋਲ ਵੀ ਉਹਨਾਂ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਹੈ। ਜਿਸ ਬਾਰੇ ਤੁਸੀਂ ਪਹਿਲਾਂ ਨਹੀਂ ਸੁਣਿਆ ਸੀ। ਪਿਆਰੇ ਬੱਚਿਓ, ਭੂਗੋਲ ਇੱਕ ਬਹੁਤ ਹੀ ਦਿਲਚਸਪ ਅਤੇ ਰੌਚਕ ਵਿਸ਼ਾ ਹੈ। ਇਸ ਵਿਸ਼ੇ ਵਿੱਚ ਆਪਾਂ ਕੀ ਕੁਝ ਪੜ੍ਹਦੇ ਹਾਂ, ਇਹ ਵਿਸ਼ਾ ਸਾਨੂੰ ਕੀ ਜਾਣਕਾਰੀ ਦਿੰਦਾ ਹੈ, ਇਹ ਵਿਸ਼ਾ ਸਾਨੂੰ ਕੀ ਗਿਆਨ ਦਿੰਦਾ ਹੈ, ਇਸ ਬਾਰੇ ਵੀ ਆਪਾਂ ਥੋੜ੍ਹਾ ਜਿਹਾ ਸਮਝ ਲਈਏ। ਭੂਗੋਲ ਉਹ ਵਿਗਿਆਨ ਹੈ ਜੋ ਧਰਤੀ ਦੇ ਆਲੇ ਦੁਆਲੇ ਅਤੇ ਲੋਕ ਜਿਹੜੇ ਇਸ ਤੇ ਰਹਿੰਦੇ ਹਨ ਉਸ ਸੰਬੰਧੀ ਸਾਨੂੰ ਗਿਆਨ ਦਿੰਦਾ ਹੈ। ਆਪਾਂ ਧਰਤੀ ਅਤੇ ਧਰਤੀ ਦੇ ਆਲੇ ਦੁਆਲੇ ਦੀ ਗੱਲ ਕੀਤੀ ਹੈ। ਕੀ ਤੁਹਾਨੂੰ ਪਤਾ ਹੈ ਧਰਤੀ ਦੇ ਆਲੇ ਦੁਆਲੇ ਕੀ ਕੁਝ ਹੁੰਦਾ ਹੈ ਜਾਂ ਕੀ ਕੁਝ ਵਾਪਰਦਾ ਹੈ? ਕੀ ਕਦੇ ਆਪਾਂ ਇਸ ਵੱਲ ਧਿਆਨ ਦਿੱਤਾ ਹੈ? ਆਓ ਜ਼ਰਾ ਵੇਖੀਏ ਧਰਤੀ ਦੇ ਆਲੇ ਦੁਆਲੇ ਕੀ ਕੁਝ ਵਾਪਰਦਾ ਹੈ। ਪਿਆਰੇ ਬੱਚਿਓ,
ਜੋ ਵੀ ਕੁਝ ਤੁਸੀਂ ਵੇਖਿਆ ਇਹ ਸਾਡੀ ਧਰਤੀ ਤੇ ਕੁਦਰਤੀ ਜਾਂ ਮਨੁੱਖੀ ਘਟਨਾਵਾਂ ਦੇ ਰੂਪ ਵਿੱਚ ਵਾਪਰਨ ਵਾਲੀਆਂ ਗੱਲਾਂ ਹਨ। ਕੋਈ ਘਟਨਾ ਕਿੱਥੇ ਵਾਪਰ ਰਹੀ ਹੈ, ਕਿਸ ਸਥਾਨ ਤੇ ਵਾਪਰ ਰਹੀ ਹੈ, ਜਦੋਂ ਆਪਾਂ ਉਸ ਸਥਾਨ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਸਾਨੂੰ ਨਕਸ਼ੇ ਦੀ ਜ਼ਰੂਰਤ ਪੈਂਦੀ ਹੈ। ਨਕਸ਼ੇ ਸਾਨੂੰ ਕਿਸੇ ਸਥਾਨ, ਜਿਸ ਵਿੱਚ ਕੋਈ ਪਿੰਡ ਹੋ ਸਕਦਾ ਹੈ, ਸ਼ਹਿਰ ਹੋ ਸਕਦਾ ਹੈ ਜਾਂ ਕੋਈ ਦੇਸ਼ ਹੋ ਸਕਦਾ ਹੈ, ਕੋਈ ਇਲਾਕਾ ਹੋ ਸਕਦਾ ਹੈ ਜਾਂ ਫਿਰ ਕੋਈ ਮਹਾਂਦੀਪ ਹੋ ਸਕਦਾ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦਿੰਦੇ ਹਨ। ਮੰਨ ਲਓ ਇਹ ਤੁਹਾਡਾ ਘਰ ਹੈ ਅਤੇ ਇਹ ਹੈ ਤੁਹਾਡਾ ਸਕੂਲ। ਤੁਸੀਂ ਆਪਣੇ ਘਰ ਆਏ ਇੱਕ ਰਿਸ਼ਤੇਦਾਰ ਨੂੰ ਘਰ ਤੋਂ ਸਕੂਲ ਤੱਕ ਪਹੁੰਚਣ ਲਈ ਰਸਤਾ ਸਮਝਾਉਣਾ ਹੈ। ਸੋਚੋ ਤੁਸੀਂ ਕਿਸ ਤਰ੍ਹਾਂ ਦੱਸੋਗੇ? ਤੁਸੀਂ ਦੱਸੋਗੇ ਕਿ ਘਰ ਅੱਗਿਓਂ ਦੀ ਜੋ ਰਸਤਾ ਜਾਂਦਾ ਹੈ ਉਸ ਉੱਪਰ ਪਹੁੰਚਣ ਤੇ ਘਰ ਤੋਂ ਸੱਜੇ ਹੱਥ ਮੁੜਾਂਗੇ। ਕਿਸ ਹੱਥ? ਸੱਜੇ ਹੱਥ। ਫਿਰ ਚੌਂਕ ਆਏਗਾ, ਚੌਂਕ ਜਾਂ ਜਿਸ ਨੂੰ ਚੁਰਸਤਾ ਕਹਿ ਦਿੰਦੇ ਹਾਂ। ਫਿਰ ਇੱਕ ਚੌਂਕ ਜਾਂ ਚੁਰਸਤਾ ਆਏਗਾ, ਉਸ ਤੋਂ ਫਿਰ ਸੱਜੇ ਹੱਥ ਮੁੜਾਂਗੇ। ਅੱਗੇ ਫਿਰ ਇੱਕ ਚੌਂਕ ਆਏਗਾ ਜਿਸ ਦੇ ਖੱਬੇ ਹੱਥ ਪੈਟਰੋਲ ਪੰਪ ਹੈ, ਸੱਜੇ ਹੱਥ ਗਰਾਊਂਡ ਹੈ। ਸੋ ਚੁਰਸਤੇ ਤੋਂ ਗਰਾਊਂਡ ਵਾਲੇ ਪਾਸੇ ਨੂੰ ਫਿਰ ਸੱਜੇ ਮੁੜ ਜਾਣਾ ਹੈ। ਫਿਰ ਗਰਾਊਂਡ ਦੇ ਅੱਗਿਓਂ ਦੀ ਚੱਲਦੇ ਹੋਏ ਖੱਬੇ ਹੱਥ ਸਕੂਲ ਦਾ ਗੇਟ ਆਏਗਾ। ਇਸ ਤਰ੍ਹਾਂ ਘਰ ਤੋਂ ਸਕੂਲ ਤੱਕ ਪਹੁੰਚਿਆ ਜਾਏਗਾ। ਇਸ ਨੂੰ ਅਸੀਂ ਕੱਚਾ ਪੱਕਾ ਨਕਸ਼ਾ ਕਹਿੰਦੇ ਹਾਂ। ਪਿਆਰੇ ਬੱਚਿਓ, ਵੱਡੇ ਵੱਡੇ ਸ਼ਹਿਰਾਂ ਵਿੱਚ ਮਹੱਤਵਪੂਰਨ ਥਾਵਾਂ ਉੱਪਰ ਗਾਈਡ ਨਕਸ਼ੇ ਬਣਾ ਕੇ ਲਗਾਏ ਜਾਂਦੇ ਹਨ। ਇਹ ਲੋਕਾਂ ਨੂੰ ਕਿਸੇ ਥਾਂ, ਘਰ ਜਾਂ ਕੋਈ ਪਤਾ ਲੱਭਣ ਲਈ ਸਹੀ ਦਿਸ਼ਾ ਜਾਂ ਰਾਹ ਦੱਸਦੇ ਹਨ। ਸਾਡੀ ਧਰਤੀ ਗੇਂਦ ਵਾਂਗ ਗੋਲ ਹੈ। ਧਰਤੀ ਦਾ ਹੂਬਹੂ ਪ੍ਰਤੀਕ ਜਾਂ ਮਾਡਲ ਉਸ ਨੂੰ ਗਲੋਬ ਆਖਦੇ ਹਨ। ਗਲੋਬ ਤੋਂ ਨਕਸ਼ਾ ਕਿਸ ਤਰ੍ਹਾਂ ਬਣਦਾ ਹੈ, ਆਓ ਜਰਾ ਸਮਝੀਏ ਅਸੀਂ ਚਿੱਤਰਾਂ ਦੇ ਰਾਹੀਂ। ਪਿਆਰੇ ਬੱਚਿਓ, ਕੀ ਤੁਸੀਂ ਜਾਣਦੇ ਹੋ ਨਕਸ਼ੇ ਵੀ ਕਈ ਤਰ੍ਹਾਂ ਦੇ ਹੁੰਦੇ ਹਨ।
ਭੂਗੋਲ ਅਧਿਐਨ ਕਰਨ ਲਈ ਕਈ ਪੱਖਾਂ ਤੋਂ ਨਕਸ਼ੇ ਤਿਆਰ ਕੀਤੇ ਜਾਂਦੇ ਹਨ। ਆਓ ਆਪਾਂ ਹੁਣ ਨਕਸ਼ਿਆਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣੀਏ। ਪ੍ਰਮੁੱਖ ਤੌਰ ਤੇ ਨਕਸ਼ੇ 7 ਤਰ੍ਹਾਂ ਦੇ ਹੁੰਦੇ ਹਨ। ਰਾਜਨੀਤਿਕ ਨਕਸ਼ੇ, ਭੌਤਿਕ ਜਾਂ ਧਰਾਤਲੀ ਨਕਸ਼ੇ, ਇਤਿਹਾਸਿਕ ਨਕਸ਼ੇ, ਵੰਡ ਸੰਬੰਧੀ ਨਕਸ਼ੇ, ਸਥਲ ਆਕ੍ਰਿਤੀ ਨਕਸ਼ੇ, ਐਟਲਸ ਨਕਸ਼ੇ ਅਤੇ ਦੀਵਾਰ ਨਕਸ਼ੇ। ਸੋ ਇਹਨਾਂ 7 ਕਿਸਮਾਂ ਬਾਰੇ ਆਓ ਹੁਣ ਆਪਾਂ ਵਿਸਥਾਰ ਨਾਲ ਜਾਣੀਏ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਾਜਨੀਤਿਕ ਨਕਸ਼ੇ ਬਾਰੇ। ਇਹਨਾਂ ਨਕਸ਼ਿਆਂ ਨੂੰ ਤੁਸੀਂ ਆਮ ਵੇਖਦੇ ਹੋ। ਇਹਨਾਂ ਨਕਸ਼ਿਆਂ ਵਿੱਚ ਕਿਸੇ ਇਲਾਕੇ ਦੀ ਭੂਗੋਲਿਕ ਹੱਦਬੰਦੀ ਦੇਸ਼ਾਂ, ਰਾਜਾਂ ਜਾਂ ਸ਼ਹਿਰਾਂ ਆਦਿ ਵਿਚਕਾਰ ਵਿਖਾਈ ਜਾਂਦੀ ਹੈ। ਜਿਵੇਂ ਤੁਸੀਂ ਭਾਰਤ ਦੇ ਨਕਸ਼ੇ ਵਿੱਚ ਭਾਰਤ ਦੀ ਸਰਹੱਦ ਵੱਖ-ਵੱਖ ਗਵਾਂਢੀ ਦੇਸ਼ਾਂ ਨਾਲ ਵੇਖ ਰਹੇ ਹੋ। ਆਪਾਂ ਵੇਖ ਰਹੇ ਹਾਂ ਭਾਰਤ ਦੇ ਪੱਛਮ ਵਾਲੇ ਪਾਸੇ ਪਾਕਿਸਤਾਨ, ਅਫਗਾਨਿਸਤਾਨ ਨਜ਼ਰ ਆ ਰਹੇ ਹਨ। ਉੱਤਰ ਵਾਲੇ ਪਾਸੇ ਨੇਪਾਲ, ਚੀਨ ਆਦਿ ਪੜ ਰਹੇ ਹਾਂ। ਇਹ ਸਾਡੇ ਗਵਾਂਢੀ ਦੇਸ਼ ਹਨ ਜਿਨ੍ਹਾਂ ਨਾਲ ਭਾਰਤ ਦੀ ਸਰਹੱਦ ਲੱਗਦੀ ਹੈ। ਹੁਣ ਆਪਾਂ ਭਾਰਤ ਦੇ ਅੰਦਰ ਵੇਖੀਏ ਤਾਂ ਵੱਖ-ਵੱਖ ਰੰਗਾਂ ਨਾਲ ਭਾਰਤ ਦੇ ਰਾਜ ਵਿਖਾਏ ਗਏ ਹਨ। ਇਹਨਾਂ ਰਾਜਾਂ ਨੂੰ ਆਪਣਾ ਇਲਾਕਾ ਪ੍ਰਾਪਤ ਹੈ। ਇਸ ਲਈ ਰਾਜਾਂ ਦੇ ਇਲਾਕਿਆਂ ਨੂੰ ਬਾਰੀਕ ਲਾਈਨ ਨਾਲ ਵਿਖਾਇਆ ਹੋਇਆ ਹੈ। ਪਿਆਰੇ ਬੱਚਿਓ, ਇਹ ਭਾਰਤ ਦਾ ਪੁਰਾਣਾ ਨਕਸ਼ਾ ਹੈ ਜਿਸ ਵਿੱਚ ਭਾਰਤ ਦੇ 29 ਰਾਜ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਵਿਖਾਏ ਗਏ ਹਨ। 31 ਅਕਤੂਬਰ 2019 ਵਿੱਚ ਭਾਰਤ ਦੇ ਰਾਜਾਂ ਦੀ ਗਿਣਤੀ 28 ਰਹਿ ਗਈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 9 ਬਣ ਗਏ ਸਨ। 26 ਜਨਵਰੀ 2020 ਨੂੰ ਭਾਰਤ ਵਿੱਚ ਰਾਜਾਂ ਦੀ ਗਿਣਤੀ 28 ਹੀ ਰਹੀ, ਪਰੰਤੂ ਕੇਂਦਰ ਸ਼ਾਸਿਤ ਪ੍ਰਦੇਸ਼ 8 ਬਣਾ ਦਿੱਤੇ ਗਏ। ਇਹ ਭਾਰਤ ਦਾ ਨਵਾਂ ਨਕਸ਼ਾ ਹੈ। ਆਓ ਹੁਣ ਅੱਗੇ ਆਪਾਂ ਪੜ੍ਹਦੇ ਹਾਂ ਭੌਤਿਕ ਜਾਂ ਧਰਾਤਲੀ ਨਕਸ਼ਿਆਂ ਬਾਰੇ। ਕਿਸੇ ਦੇਸ਼ ਜਾਂ ਮਹਾਂਦੀਪ ਦੇ ਭੌਤਿਕ ਲੱਛਣ ਜਿਵੇਂ ਉੱਥੋਂ ਦੇ ਪਹਾੜ, ਪਠਾਰ, ਮੈਦਾਨ, ਇਹਨਾਂ ਬਾਰੇ ਸਾਨੂੰ ਭੌਤਿਕ ਜਾਂ ਧਰਾਤਲੀ ਨਕਸ਼ੇ ਜਾਣਕਾਰੀ ਦਿੰਦੇ ਹਨ। ਧਰਤੀ ਦਾ ਕੁਦਰਤੀ ਧਰਾਤਲ ਵਿਖਾਉਣ ਲਈ ਭੌਤਿਕ ਨਕਸ਼ੇ ਹੀ ਵਰਤੇ ਜਾਂਦੇ ਹਨ। ਧਰਾਤਲ ਨੂੰ ਵਿਖਾਉਣ ਲਈ ਵੱਖ-ਵੱਖ ਰੰਗਾਂ ਦੀ ਮਦਦ ਲਈ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਭਾਰਤ ਦੇ ਇਸ ਨਕਸ਼ੇ ਵਿੱਚ ਵੇਖ ਰਹੇ ਹੋ ਕਿ ਅਲੱਗ-ਅਲੱਗ ਰੰਗਾਂ ਦੀ ਮਦਦ ਨਾਲ ਗੰਗਾ ਦਾ ਮੈਦਾਨ, ਬ੍ਰਹਮਪੁੱਤਰ ਦਾ ਮੈਦਾਨ, ਮਾਲਵਾ ਪਠਾਰ, ਭਾਰਤ ਦਾ ਮਹਾਨ ਮਾਰੂਥਲ, ਦੱਖਣੀ ਪਠਾਰ, ਤੱਟੀ ਮੈਦਾਨ ਆਦਿ ਵੱਖ-ਵੱਖ ਧਰਾਤਲੀ ਭਾਗ ਵਿਖਾਏ ਗਏ ਹਨ।
आओ हुण आपां इतिहासिक नक्शिਆਂ बारे जाणਦੇ ਹਾਂ। इतिहासिक नक्शिਆਂ ਵਿੱਚ ਅਸੀਂ ਬੀਤੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ, ਜਿਨ੍ਹਾਂ ਵਿੱਚ ਲੜਾਈਆਂ, ਯਾਤਰਾਵਾਂ ਜਾਂ ਸੱਭਿਅਤਾਵਾਂ ਦਾ ਵਿਸਥਾਰ ਆਦਿ ਦਾ ਜ਼ਿਕਰ ਕਰਦੇ ਹਾਂ। ਇਸ ਨਕਸ਼ੇ ਵਿੱਚ ਤੁਸੀਂ ਵੇਖ ਰਹੇ ਹੋ ਭਾਰਤ ਵਿੱਚ ਆਈਆਂ ਯੂਰਪੀ ਸ਼ਕਤੀਆਂ, ਜਿਨ੍ਹਾਂ ਵਿੱਚ ਅੰਗਰੇਜ਼, ਡੱਚ, ਫਰਾਂਸੀਸੀ, ਪੁਰਤਗਾਲੀ ਆਦਿ ਸ਼ਾਮਿਲ ਸਨ, ਉਹਨਾਂ ਦੀਆਂ ਬਸਤੀਆਂ ਦੇ ਸਥਾਨਾਂ ਨੂੰ ਵਿਖਾਇਆ ਗਿਆ ਹੈ। ਇਸ ਨਕਸ਼ੇ ਵਿੱਚ ਆਪਾਂ ਵੇਖ ਰਹੇ ਹਾਂ 1857 ਈਸਵੀ ਦੇ ਵਿਦਰੋਹ ਨਾਲ ਸੰਬੰਧਿਤ ਸਥਾਨਾਂ ਨੂੰ। ਇਹ ਉਹ ਸਥਾਨ ਸਨ ਜਿੱਥੇ 1857 ਈਸਵੀ ਵਿੱਚ ਅੰਗਰੇਜ਼ਾਂ ਖਿਲਾਫ ਵਿਦਰੋਹ ਹੋਇਆ, ਅਤੇ ਇਸ ਨਕਸ਼ੇ ਵਿੱਚ ਆਪਾਂ ਸਿੰਧ ਘਾਟੀ ਦੀ ਸੱਭਿਅਤਾ ਨਾਲ ਸੰਬੰਧਿਤ ਵੱਖ-ਵੱਖ ਸਥਾਨਾਂ ਨੂੰ ਵੇਖ ਰਹੇ ਹਾਂ। ਆਪਾਂ ਯਾਤਰਾ ਦੀ ਗੱਲ ਕੀਤੀ ਸੀ। ਇਸ ਨਕਸ਼ੇ ਵਿੱਚ ਆਪਾਂ ਬਾਬੇ ਨਾਨਕ ਦੀ ਯਾਤਰਾ ਦੀ ਗੱਲ ਕਰ ਰਹੇ ਹਾਂ। ਉਹ ਯਾਤਰਾ ਜੋ ਉਹਨਾਂ ਨੇ ਮੱਕੇ ਤੱਕ ਕੀਤੀ ਸੀ। ਸੋ ਇਸ ਨਕਸ਼ੇ ਰਾਹੀਂ ਸਾਨੂੰ ਉਸ ਯਾਤਰਾ ਦੀ ਜਾਣਕਾਰੀ ਹਾਸਲ ਹੁੰਦੀ ਹੈ ਕਿ ਉਹ ਮੱਕੇ ਕਿੱਥੋਂ ਕਿੱਥੋਂ ਦੀ ਹੋ ਕੇ ਗਏ ਅਤੇ ਵਾਪਿਸ ਆਏ। ਇਸ ਤੋਂ ਬਾਅਦ ਆਪਾਂ ਵੰਡ ਸੰਬੰਧੀ ਨਕਸ਼ਿਆਂ ਬਾਰੇ ਜਾਣਦੇ ਹਾਂ। ਇਹਨਾਂ ਨਕਸ਼ਿਆਂ ਦੁਆਰਾ ਵੱਖ-ਵੱਖ ਫਸਲਾਂ, ਖਣਿਜਾਂ, ਜਨਸੰਖਿਆ ਆਦਿ ਅਜਿਹੇ ਪੱਖਾਂ ਨੂੰ ਕਿਸੇ ਜਗ੍ਹਾ, ਦੇਸ਼, ਮਹਾਂਦੀਪ ਵਿੱਚ ਵਿਖਾਇਆ ਜਾਂਦਾ ਹੈ ਅਤੇ ਇਹਨਾਂ ਦੀ ਵੰਡ ਵਿਖਾਈ ਜਾਂਦੀ ਹੈ ਕਿ ਕਿੱਥੇ ਇਹ ਚੀਜ਼ ਵੱਧ ਹੈ ਅਤੇ ਕਿੱਥੇ ਘੱਟ ਹੈ। ਇਹਨਾਂ ਨੂੰ ਵਸਤੂ ਨਕਸ਼ੇ ਵੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਇਸ ਨਕਸ਼ੇ ਵਿੱਚ ਵੇਖ ਰਹੇ ਹੋ ਭਾਰਤ ਵਿੱਚ ਪਾਈਆਂ ਜਾਂਦੀਆਂ ਮਿੱਟੀਆਂ ਬਾਰੇ। ਜਲੋੜ ਮਿੱਟੀ, ਕਾਲੀ ਮਿੱਟੀ, ਲਾਲ ਮਿੱਟੀ ਆਦਿ ਵੱਖ-ਵੱਖ ਕਿਸਮਾਂ ਦੀਆਂ ਮਿੱਟੀਆਂ ਭਾਰਤ ਵਿੱਚ ਪਾਈਆਂ ਜਾਂਦੀਆਂ ਹਨ। ਸੋ ਇਸ ਨਕਸ਼ੇ ਰਾਹੀਂ ਅਸੀਂ ਭਾਰਤ ਨੂੰ ਮਿੱਟੀਆਂ ਰਾਹੀਂ ਵੰਡਿਆ ਹੈ ਕਿ ਕਿੱਥੇ ਕਿਹੜੀ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ। ਇਸ ਨਕਸ਼ੇ ਵਿੱਚ ਅਸੀਂ ਭਾਰਤ ਵਿੱਚ ਪਾਏ ਜਾਂਦੇ ਜੰਗਲਾਂ ਦੀਆਂ ਕਿਸਮਾਂ ਬਾਰੇ ਵੇਖ ਰਹੇ ਹਾਂ। ਇਸ ਨਕਸ਼ੇ ਦੀ ਮਦਦ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਕਿੱਥੇ ਕਿਹੜੀ ਕਿਸਮ ਦੇ ਜੰਗਲ ਮਿਲਦੇ ਹਨ। ਇਸ ਨਕਸ਼ੇ ਦੀ ਮਦਦ ਨਾਲ ਆਪਾਂ ਭਾਰਤ ਵਿੱਚ ਕਿਸੇ ਸਮੇਂ ਹੋਈ ਵਰਖਾ ਬਾਰੇ ਵੇਖ ਰਹੇ ਹਾਂ। ਜੋ ਇਲਾਕਾ ਗੂੜੇ ਨੀਲੇ ਰੰਗ ਨਾਲ ਵਿਖਾਇਆ ਗਿਆ ਹੈ, ਉੱਥੇ ਸਭ ਤੋਂ ਵੱਧ ਵਰਖਾ ਹੋਈ ਹੈ। ਉਸ ਤੋਂ ਫਿੱਕਾ, ਉਸ ਤੋਂ ਘੱਟ ਵਰਖਾ ਵਾਲਾ ਇਲਾਕਾ ਹੈ, ਅਤੇ ਜਿਉਂ-ਜਿਉਂ ਰੰਗ ਫਿੱਕਾ ਹੁੰਦਾ ਜਾਂਦਾ ਹੈ, ਉੱਥੇ ਹੋ ਰਹੀ ਵਰਖਾ ਵੀ ਘਟਦੀ ਜਾ ਰਹੀ ਹੈ। ਇਸ ਨਕਸ਼ੇ ਵਿੱਚ ਭਾਰਤ ਅੰਦਰ ਕਪਾਹ ਅਤੇ ਪਟਸਨ ਦੀ ਫਸਲ ਦੀ ਵੰਡ ਨੂੰ ਦਿਖਾਇਆ ਗਿਆ ਹੈ ਕਿ ਫਸਲਾਂ ਕਿੱਥੇ-ਕਿੱਥੇ ਹੁੰਦੀਆਂ ਹਨ। ਇਸੇ ਤਰ੍ਹਾਂ ਇਸ ਨਕਸ਼ੇ ਰਾਹੀਂ ਭਾਰਤ ਦੀ ਜਨਸੰਖਿਆ ਨੂੰ ਵਿਖਾਇਆ ਗਿਆ ਹੈ। ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ
ਰੰਗਾਂ ਦੀ ਮਦਦ ਨਾਲ ਜਨਸੰਖਿਆ ਨੂੰ ਵਿਖਾਇਆ ਗਿਆ ਹੈ। ਸੋ ਇਹ ਨਕਸ਼ੇ ਵੰਡ ਸੰਬੰਧੀ ਨਕਸ਼ੇ ਹਨ। ਇਸ ਤੋਂ ਅੱਗੇ ਜੋ ਅਗਲੀ ਕਿਸਮ ਹੈ ਉਹ ਹੈ ਸਥਲ ਆਕਿਰਤੀ ਨਕਸ਼ੇ। ਇਹਨਾਂ ਨਕਸ਼ਿਆਂ ਵਿੱਚ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਆਕਿਰਤੀਆਂ ਦਿਖਾਈਆਂ ਜਾਂਦੀਆਂ ਹਨ। ਮਨੁੱਖ ਦੁਆਰਾ ਬਣਾਈਆਂ ਆਕਿਰਤੀਆਂ ਜਿਵੇਂ ਸੜਕਾਂ, ਰੇਲ ਮਾਰਗ ਆਦਿ ਵਿਖਾਏ ਜਾਂਦੇ ਹਨ। ਹਰੇਕ ਦੇਸ਼ ਦੇ ਸਰਵੇ ਵਿਭਾਗ ਦੁਆਰਾ ਇਹ ਨਕਸ਼ੇ ਤਿਆਰ ਕੀਤੇ ਜਾਂਦੇ ਹਨ। ਇਹ ਨਕਸ਼ੇ ਬਹੁਤ ਮਹੱਤਵਪੂਰਨ ਹਨ। ਇਹਨਾਂ ਨਕਸ਼ਿਆਂ ਦੀ ਮਦਦ ਨਗਰ ਯੋਜਨਾ, ਮਿਲਟਰੀ ਅਤੇ ਹੋਰ ਕਈ ਪੱਖਾਂ ਤੋਂ ਅਧਿਐਨ ਕਰਨ ਲਈ ਲਈ ਜਾਂਦੀ ਹੈ। ਪਹਾੜਾਂ ਜਾਂ ਪਰਬਤਾਂ ਤੇ ਜਾਣ ਵਾਲੇ ਸੈਲਾਨੀਆਂ ਲਈ ਇਹ ਨਕਸ਼ੇ ਬਹੁਤ ਮਦਦਗਾਰ ਹੁੰਦੇ ਹਨ। ਇਸ ਤੋਂ ਬਾਅਦ ਅੱਗੇ ਹੈ ਐਟਲਸ ਨਕਸ਼ੇ। ਇਹ ਨਕਸ਼ੇ ਛੋਟੇ ਪੈਮਾਨੇ ਤੇ ਆਧਾਰਿਤ ਕਿਤਾਬ ਰੂਪ ਵਿੱਚ ਹੁੰਦੇ ਹਨ। ਇਹਨਾਂ ਨੂੰ ਲਿਜਾਣਾ ਸੌਖਾ ਹੈ, ਵਿਦਿਆਰਥੀਆਂ ਲਈ ਬਹੁਤ ਉਪਯੋਗੀ ਅਤੇ ਲਾਹੇਵੰਦ ਹੁੰਦੇ ਹਨ। ਆਖਰੀ ਕਿਸਮ ਹੈ ਦੀਵਾਰ ਨਕਸ਼ੇ। ਇਹ ਐਟਲਸ ਨਕਸ਼ਿਆਂ ਨਾਲੋਂ ਵੱਡੇ ਹੁੰਦੇ ਹਨ। ਇਹ ਪ੍ਰਦਰਸ਼ਨ ਅਤੇ ਪੜ੍ਹਾਉਣ ਲਈ ਵਰਤੇ ਜਾਂਦੇ ਹਨ। ਸੋ ਇਹ ਸਨ ਉਹ ਕਿਸਮਾਂ ਜੋ ਅਸੀਂ ਪ੍ਰਮੁੱਖ ਤੌਰ ਦੇ ਉੱਤੇ ਨਕਸ਼ਿਆਂ ਸੰਬੰਧੀ ਪੜ੍ਹਦੇ ਹਾਂ। ਸੋ ਪਿਆਰੇ ਬੱਚਿਓ, ਆਓ ਹੁਣ ਆਪਾਂ ਜੋ ਭਾਗ ਆਪਾਂ ਇਸ ਪਾਠ ਦਾ ਪੜ੍ਹਿਆ ਹੈ ਉਸ ਦੀ ਦੁਹਰਾਈ ਕਰੀਏ। ਇਸ ਦੇ ਲਈ ਤੁਹਾਡੀ ਪਾਠ ਪੁਸਤਕ ਦੇ ਅਭਿਆਸ ਵਿੱਚੋਂ ਕੁਝ ਪ੍ਰਸ਼ਨਾਂ ਤੇ ਨਜ਼ਰ ਮਾਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਨਕਸ਼ਾ ਕੀ ਹੈ? ਨਕਸ਼ਾ ਪੂਰੀ ਧਰਤੀ ਦਾ ਜਾਂ ਕੁਝ ਭਾਗ ਦਾ ਪੈਮਾਨੇ ਮੁਤਾਬਿਕ, ਪੈਮਾਨੇ ਅਨੁਸਾਰ ਪੱਧਰੀ ਸਤਹ ਉੱਤੇ ਖਿੱਚਿਆ ਹੋਇਆ ਰੂਪ ਹੈ। ਉਸ ਨੂੰ ਅਸੀਂ ਨਕਸ਼ਾ ਆਖਦੇ ਹਾਂ। ਇਸ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਲਿਜਾਣਾ ਵੀ ਸੌਖਾ ਹੈ ਅਤੇ ਵਰਤਣਾ ਵੀ ਸੌਖਾ ਹੈ। ਆਓ ਹੁਣ ਆਪਾਂ ਪ੍ਰਸ਼ਨ ਨੰਬਰ 2 ਕਰੀਏ। ਗਲੋਬ ਕੀ ਹੈ? ਧਰਤੀ ਦੇ ਹੂਬਹੂ ਪ੍ਰਤੀਕ ਜਾਂ ਮਾਡਲ ਨੂੰ ਗਲੋਬ ਆਖਦੇ ਹਾਂ। ਇਸ ਤੋਂ ਬਾਅਦ ਤੀਸਰਾ ਪ੍ਰਸ਼ਨ, ਨਕਸ਼ੇ ਅਤੇ ਗਲੋਬ ਵਿੱਚ ਅੰਤਰ ਦੱਸੋ। ਆਪਾਂ ਦੋਨਾਂ ਬਾਰੇ ਕੁਝ ਜਾਣਕਾਰੀ ਹਾਸਲ ਕਰ ਲਈ ਹੈ। ਨਕਸ਼ੇ ਅਤੇ ਗਲੋਬ, ਜਿਸ ਤਰ੍ਹਾਂ ਕਿ ਤੁਸੀਂ ਤਸਵੀਰ ਉੱਪਰ ਵੇਖ ਰਹੇ ਹੋ, ਦੋਵਾਂ ਨੂੰ ਸ਼ਕਲ ਤੋਂ ਵੱਖੋ ਵੱਖਰਾ ਕਿਹਾ ਜਾ ਸਕਦਾ ਹੈ। ਨਕਸ਼ੇ ਪੂਰੀ ਧਰਤੀ ਦਾ ਜਾਂ ਉਸਦੇ ਕਿਸੇ ਭਾਗ ਦਾ ਪੈਮਾਨੇ ਅਨੁਸਾਰ ਪੱਧਰੀ ਸਤਹ ਦੇ ਉੱਤੇ ਖਿੱਚਿਆ ਹੋਇਆ ਰੂਪ ਹੈ। ਉਸ ਨੂੰ ਅਸੀਂ ਨਕਸ਼ਾ ਆਖਦੇ ਹਾਂ, ਜਦੋਂ ਕਿ ਗਲੋਬ ਧਰਤੀ ਦਾ ਹੂਬਹੂ ਪ੍ਰਤੀਕ ਜਾਂ ਮਾਡਲ ਹੈ। ਨਕਸ਼ੇ ਵਿੱਚ ਅਸੀਂ ਵੱਖ-ਵੱਖ ਪ੍ਰਤੀਕਾਂ ਦਾ ਸਹਾਰਾ ਲੈਂਦੇ ਹਾਂ, ਜਦੋਂ ਕਿ ਗਲੋਬ ਵਿੱਚ ਅਸੀਂ ਪ੍ਰਤੀਕਾਂ ਦਾ ਕੋਈ ਸਹਾਰਾ ਨਹੀਂ ਲੈਂਦੇ।
ਅਗਲਾ ਪ੍ਰਸ਼ਨ ਹੈ, ਨਕਸ਼ੇ ਕਿਉਂ ਬਣਾਏ ਗਏ ਹਨ? ਇਹਨਾਂ ਦੀ ਮਹੱਤਤਾ ਦੱਸੋ। ਪਿਆਰੇ ਬੱਚਿਓ, ਨਕਸ਼ੇ ਸਾਡੇ ਲਈ ਬਹੁਤ ਹੀ ਉਪਯੋਗੀ ਹਨ। ਸਾਡੇ ਆਧੁਨਿਕ ਜੀਵਨ ਵਿੱਚ ਨਕਸ਼ੇ ਬਹੁਤ ਜ਼ਰੂਰੀ ਹਨ। ਇਹ ਸਾਨੂੰ ਵੱਖ-ਵੱਖ ਥਾਵਾਂ ਦੀ ਨਕਸ਼ੇ ਤੇ ਖਿੱਚੇ ਗਏ ਅਕਸ਼ਾਂਸ਼ਾਂ ਅਤੇ ਦਿਸ਼ਾਂਤਰਾਂ ਅਨੁਸਾਰ ਸਥਿਤੀ ਦੱਸਦੇ ਹਨ। ਇਹਨਾਂ ਦੀ ਮਦਦ ਨਾਲ ਅਸੀਂ ਇੱਕ ਥਾਂ ਤੋਂ ਦੂਸਰੀ ਥਾਂ ਨਾਲੋਂ ਦੂਰੀ, ਸਮਾਂ ਅਤੇ ਸਥਿਤੀ ਦਾ ਆਸਾਨੀ ਨਾਲ ਪਤਾ ਕਰ ਸਕਦੇ ਹਾਂ। ਵਪਾਰਕ ਕੇਂਦਰ, ਸੜਕਾਂ ਅਤੇ ਰੇਲਾਂ ਦੇ ਰਸਤੇ, ਜ਼ਮੀਨ ਦੀ ਢਲਾਨ, ਦਰਿਆ, ਭੌਤਿਕ ਲੱਛਣ ਆਦਿ ਦਾ ਅਸੀਂ ਨਕਸ਼ੇ ਰਾਹੀਂ ਹੀ ਪਤਾ ਲਗਾ ਸਕਦੇ ਹਾਂ। ਸਰਕਾਰਾਂ ਨੂੰ ਰਾਜ ਸ਼ਾਸਨ ਚਲਾਉਣ ਲਈ ਨਕਸ਼ਿਆਂ ਦੀ ਜ਼ਰੂਰਤ ਪੈਂਦੀ ਹੈ। ਨਕਸ਼ੇ ਰਾਹਗੀਰਾਂ ਅਤੇ ਸੈਨਾ ਲਈ ਬਹੁਤ ਜ਼ਰੂਰੀ ਹਨ। ਇਹ ਭੂਗੋਲ ਦੇ ਵੱਖ-ਵੱਖ ਪਹਿਲੂਆਂ ਨੂੰ ਅਧਿਐਨ ਕਰਨ ਲਈ ਵੀ ਨਕਸ਼ੇ ਬਹੁਤ ਜ਼ਰੂਰੀ ਤੱਤ ਹਨ। ਸੋ ਇਹ ਸਭ ਗੱਲਾਂ ਨਕਸ਼ੇ ਦੀ ਮਹੱਤਤਾ ਦੱਸਦੀਆਂ ਹਨ। ਇਸ ਤੋਂ ਅਗਲਾ ਪ੍ਰਸ਼ਨ ਹੈ, ਵੱਖ-ਵੱਖ ਨਕਸ਼ਿਆਂ ਦੀ ਸੂਚੀ ਬਣਾਓ। ਸੋ ਪਿਆਰੇ ਬੱਚਿਓ, ਇਹਨਾਂ ਬਾਰੇ ਆਪਾਂ ਵਿਸਥਾਰ ਨਾਲ ਪੜ੍ਹਿਆ ਸੀ। ਨਕਸ਼ਿਆਂ ਦੀਆਂ ਕਿੰਨੀਆਂ ਕਿਸਮਾਂ ਬਾਰੇ ਪੜ੍ਹਿਆ ਆਪਾਂ? 7 ਕਿਸਮਾਂ ਬਾਰੇ। ਰਾਜਨੀਤਿਕ ਨਕਸ਼ੇ, ਭੌਤਿਕ ਨਕਸ਼ੇ, ਇਤਿਹਾਸਕ ਨਕਸ਼ੇ, ਵੰਡ ਸੰਬੰਧੀ ਨਕਸ਼ੇ, ਸਥਲ ਆਕ੍ਰਿਤੀ ਨਕਸ਼ੇ, ਐਟਲਸ ਨਕਸ਼ੇ ਅਤੇ ਦੀਵਾਰ ਨਕਸ਼ੇ। ਸੋ ਇਹ ਪ੍ਰਸ਼ਨ ਜੋ ਭਾਗ ਆਪਾਂ ਅੱਜ ਪੜ੍ਹਿਆ ਸੀ ਉਸ ਦੇ ਨਾਲ ਸੰਬੰਧਿਤ ਸਨ। ਸੋ ਪਿਆਰੇ ਬੱਚਿਓ, ਇਸ ਪਾਠ ਦਾ ਅਸੀਂ ਇਹ ਭਾਗ ਹੀ ਪੜ੍ਹਨਾ ਸੀ। ਮੈਂ ਉਮੀਦ ਕਰਦਾ ਹਾਂ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਉਪਯੋਗੀ ਹੋਏਗੀ। ਆਪ ਸਾਰਿਆਂ ਦਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਖੁਸ਼ ਰਹੋ।